हेलो एवरीवन, रजिंदर दिस साइड। सो जो तुम मेरे चैनल से पहली बार आए हो तो प्लीज़ लाइक सबसक्राइब एंड शेयर जरूर कर दिओ। सो फस्ट ऑफ ऑल अज आप गल करांगे मॉडल्स बारे ते ਇਹਦੇ ਐਕਸਪ੍ਰੈਸ਼ਨਸ ਕੀ ਹੁੰਦੇ ਨੇ। ਲਾਈਕ ਕਈ ਬੱਚਿਆਂ ਨੂੰ ਇੱਦਾਂ ਨਹੀਂ ਪਤਾ ਵੀ ਕੈਨ ਕਿੱਥੇ ਯੂਜ਼ ਹੁੰਦਾ ਹੈ, ਕੁੱਡ ਕੀ ਹੁੰਦਾ, ਮਤਲਬ ਇਹਦਾ ਅਸਲ ਵਿੱਚ ਮੀਨਿੰਗ ਕੀ ਹੁੰਦਾ ਅਤੇ ਇਹਨੂੰ ਆਪਾਂ ਯੂਜ਼ ਕਿੱਥੇ ਕਰ ਸਕਦੇ ਹਾਂਗੇ। ਸੋ ਅੱਜ ਆਪਾਂ ਇਹਨਾਂ ਬਾਰੇ ਗੱਲ ਕਰਾਂਗੇ। ਸੋ ਅੱਜ ਗੱਲ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦੇਵਾਂ ਕਿ ਜਿਹੜੇ ਬੱਚੇ ਆਈਲੈਟਸ ਕਰ ਰਹੇ ਨੇ ਜਾਂ +2 ਸਟੈਂਡਰਡ ਜਾਂ ਪੀਟੀ ਵਗੈਰਾ ਕਰ ਰਹੇ ਨੇ ਤਾਂ ਉਹਨਾਂ ਵਾਸਤੇ ਬਹੁਤ ਜ਼ਿਆਦਾ ਹੈਲਪਫੁਲ ਹੋਣ ਵਾਲੀ ਵੀਡੀਓ। ਸੋ ਚਲੋ ਆਪਾਂ ਸਟਾਰਟ ਕਰਦੇ ਹਾਂ। ਸਭ ਤੋਂ ਪਹਿਲਾਂ ਆਪਾਂ ਮੋਡਲਸ ਦੀ ਗੱਲ ਕਰਦੇ ਹਾਂ। ਮੋਡਲਸ ਲਾਈਕ ਮੋਡਲਸ ਕੀ ਹੁੰਦੇ ਨੇ, ਜਿੱਦਾਂ ਕੈਨ, ਕੁੱਡ ਵੀ ਲਾਈਕ ਦੈਟ, ਠੀਕ ਹੈ। ਸੋ ਆਨ ਬਹੁਤ ਜ਼ਿਆਦਾ ਹੁੰਦੇ ਨੇ ਕਿ ਸ਼ੁੱਡ, ਮੇ, ਮਾਈਟ, ਮਸਟ, ਲਾਈਕ ਦੈਟ। ਅਤੇ ਆਪਾਂ ਇਹਨਾਂ ਬਾਰੇ ਮਤਲਬ ਇੰਨਾ ਉਹ ਜ਼ਿਆਦਾ ਨਹੀਂ ਕਰਾਂਗੇ। ਸੋ ਫਸਟ ਆਫ ਆਲ ਜੇ ਆਪਾਂ ਕਿਸੇ ਨੂੰ ਪਤਾ ਹੋਵੇ ਕਿ ਕੈਨ ਕਿੱਥੇ ਯੂਜ਼ ਹੁੰਦਾ ਅਤੇ ਇਹਦਾ ਮੀਨਿੰਗ ਕੀ ਆ, ਪੰਜਾਬੀ ਦੇ ਵਿੱਚ ਇਹਨੂੰ ਕੀ ਕਹਿੰਦੇ ਆ, ਕੁੱਡ ਕਿੱਥੇ ਯੂਜ਼ ਹੁੰਦਾ, ਉਹਦਾ ਮੀਨਿੰਗ ਕੀ ਆ, ਕਿੱਥੇ ਯੂਜ਼ ਕੀ ਮਤਲਬ ਇਹ ਕਿੱਥੇ ਕਰਦੇ ਆ ਇਹਨੂੰ ਯੂਜ਼। ਅਤੇ ਮੇ, ਮਾਈਟ ਆਪਾਂ ਇਹ ਸੁਣਿਆ ਵਾ ਕਿ ਮੇ ਯੂਜ਼ ਕਰ ਲਓ, ਮਾਈਟ ਯੂਜ਼ ਕਰ ਲਓ, ਮਸਟ ਯੂਜ਼ ਕਰ ਲਓ, ਅਤੇ ਆਪਾਂ ਨੂੰ ਖੁਦ ਇਹਦਾ ਮਤਲਬ ਮੀਨਿੰਗ ਕਈ ਵਾਰ ਨਹੀਂ ਪਤਾ ਹੁੰਦਾ। ਸੋ ਆਪਾਂ ਇਹ ਵੀਡੀਓ ਸਪੈਸ਼ਲੀ ਉਹਨਾਂ ਬੱਚਿਆਂ ਵਾਸਤੇ ਜਿਨ੍ਹਾਂ ਨੂੰ ਇਹਦਾ ਮੀਨਿੰਗ ਨਹੀਂ ਪਤਾ। ਸੋ ਫਸਟ ਆਫ ਆਲ ਆਪਾਂ ਗੱਲ ਕਰਦੇ ਹਾਂ ਕੁੱਡ ਦੀ, ਸੌਰੀ ਕੈਨ ਦੀ। ਸੋ ਜੇ ਆਪਾਂ ਗੱਲ ਕਰੀਏ ਕੈਨ ਦੀ, ਸੋ ਇਹਦਾ ਮਤਲਬ ਹੁੰਦਾ ਗਾ ਸਕਦਾ ਹਾਂ ਜਾਂ ਸਕਦੀ ਹਾਂ, ਮੈਂ ਇਹ ਚੀਜ਼ ਨੂੰ ਕਰ ਸਕਦੀ ਹਾਂ। ਵੀ ਜਿੱਦਾਂ ਹੁਣ ਕਹਿ ਦਈਏ ਵੀ ਹਾਂ ਮੈਂ ਇੰਗਲਿਸ਼ ਬੋਲ ਸਕਦੀ ਹਾਂ, ਆਈ ਕੈਨ ਸਪੀਕ ਇੰਗਲਿਸ਼, ਠੀਕ ਹੈ। ਮੈਂ ਉੱਥੇ ਜਾ ਸਕਦੀ ਹਾਂ, ਆਈ ਕੈਨ ਗੋ, ਲਾਈਕ ਇਹਦਾ ਮੀਨਿੰਗ ਹੋ ਗਿਆ ਇਹ, ਠੀਕ ਹੈ। ਹੁਣ ਇਹਨੂੰ ਆਪਾਂ ਯੂਜ਼ ਕਿੱਥੇ ਕਰਨਾ, ਯੂਜ਼ ਆਪਾਂ ਉੱਥੇ ਕਰ ਦਿਆਂਗੇ ਜਿੱਦਾਂ ਆਪਾਂ ਇਹਨੂੰ ਯੂਜ਼ ਕਰ ਦਿਆਂਗੇ ਆਈ ਨਾਲ, ਯੂ ਨਾਲ, ਹੀ ਨਾਲ, ਸ਼ੀ ਨਾਲ, ਜਾਂ ਕਿਸੇ ਵੀ ਨੇਮ ਨਾਲ। ਜਿਵੇਂ ਮੇਰਾ ਨੇਮ ਰਜਿੰਦਰ ਆ ਅਤੇ ਮੈਂ ਕਹੂੰਗੀ ਰਜਿੰਦਰ ਕੈਨ ਡਰਾਈਵ, ਮਤਲਬ ਕਿ ਮੈਂ ਡਰਾਈਵ ਕਰ ਸਕਦੀ, ਮਤਲਬ ਰਜਿੰਦਰ ਡਰਾਈਵ ਕਰ ਸਕਦੀ ਹੈ, ਠੀਕ ਆ। ਅਤੇ ਇਹਨਾਂ ਦੇ ਅੱਗੇ ਆਪਾਂ ਜਿਹਦੇ ਨੇ ਰੂਲ ਨੇਗੇ, ਜਿੱਦਾਂ ਆਈ ਦੇ ਨਾਲ ਹੁਣ ਆਪਾਂ ਜੇ ਕੈਨ ਯੂਜ਼ ਕਰਨਾ ਅਤੇ ਆਈ ਦੇ ਨਾਲ, ਕੈਨ ਦੇ ਨਾਲ ਵਰਬ ਦੀ ਫਸਟ ਫਾਰਮ, ਠੀਕ ਹੈ। ਅਤੇ ਆਪਾਂ ਫਸਟ ਫਾਰਮ ਲਿਖਤੀ ਅਤੇ ਮਤਲਬ ਆਈ ਦੇ ਨਾਲ ਵੀ ਉਹੀ ਆ, ਯੂ ਦੇ ਨਾਲ ਵੀ ਉਹੀ ਆ, ਸ਼ੀ ਦੇ ਨਾਲ ਵੀ ਉਹੀ ਆ, ਨੇਮ ਦੇ ਨਾਲ ਵੀ ਉਹੀ ਆ, ਠੀਕ ਹੈ। ਅਤੇ ਉਸ ਤੋਂ ਬਾਅਦ ਜਿੱਦਾਂ ਹੁਣ ਗੱਲ ਕਰਦੇ ਹਾਂ, ਮੈਂ ਜਾ ਸਕਦੀ ਹਾਂ, ਆਈ ਕੈਨ ਗੋ, ਮੈਂ ਜਾ ਸਕਦੀ ਹਾਂ। ਇੱਥੇ ਲੱਗ ਗਿਆ ਕੈਨ, ਮਤਲਬ ਸਕਦਾ, ਸਕਦੀ ਹਾਂ, ਸਕਦੇ ਹਾਂ, ਉਹ ਉੱਥੇ ਲੱਗਦਾ ਹੁੰਦਾ ਕੈਨ। ਜਦੋਂ ਆਪਾਂ ਜੇ ਨੈਗੇਟਿਵ ਦੀ ਗੱਲ ਕਰਦੇ ਹਾਂ, ਜੇ ਆਪਾਂ ਨੈਗੇਟਿਵ ਦੀ ਗੱਲ ਕਰਦੇ ਹਾਂ, ਜਦੋਂ ਆਪਾਂ ਨੈਗੇਟਿਵ ਦੀ ਗੱਲ ਕਰਾਂਗੇ ਤਾਂ ਆਈ ਕੈਨ ਨਾਟ ਗੋ, ਮੈਂ ਨਹੀਂ ਜਾ ਸਕਦੀ, ਮੈਂ ਨਹੀਂ ਜਾ ਸਕਦੀ, ਆਈ ਕੈਨ ਨਾਟ ਗੋ, ਮੈਂ ਨਹੀਂ ਜਾ ਸਕਦੀ, ਠੀਕ ਆ। ਅਤੇ ਜੇ ਠੀਕ ਹੈ, ਜਦੋਂ ਆਪਾਂ ਇੰਟੈਰੋਗੇਟਿਵ ਦੀ ਗੱਲ ਕਰਦੇ ਹਾਂ ਤਾਂ ਆਪਾਂ ਕਹਿ ਦਾਂਗੇ ਕੈਨ ਆਈ ਗੋ, ਮਤਲਬ ਕੁਐਸਚਨ ਪੁੱਟ ਕਰ ਰਹੇ ਹਾਂ। ਇੰਟੈਰੋਗੇਟਿਵ ਦਾ ਮਤਲਬ ਹੁੰਦਾ ਗਾ ਵੀ ਕਿਸੇ ਚੀਜ਼ ਦਾ ਕੁਐਸਚਨ ਪੁੱਟ ਕਰਨਾ। ਇੰਟੈਰੋਗੇਟਿਵ ਹੁੰਦਾ ਕੁਐਸਚਨ ਪੁੱਟ ਕਰਨਾ, ਠੀਕ ਹੈ। ਜਿਵੇਂ ਕੈਨ ਆਈ ਗੋ, ਕੈਨ ਆਈ ਗੋ, ਲਾਈਕ ਮਤਲਬ ਇਹਦਾ ਰੂਲ ਹੈਗਾ ਵਾ ਕੈਨ ਦੇ ਨਾਲ ਪਲੱਸ ਆਈ ਲੱਗ ਗਈ, ਜਿੱਦਾਂ ਕੋਈ ਵੀ ਲਾ ਸਕਦੇ ਹਾਂ ਆਪਾਂ। ਉਦੋਂ ਉੱਪਰ ਦੱਸਿਆ ਆਈ, ਯੂ, ਹੀ, ਸ਼ੀ, ਕਿਸ ਦਾ ਵੀ ਨੇਮ ਹੈ ਨਾ, ਅਤੇ ਇਹਨਾਂ ਵਰਬ ਦੀ ਫਸਟ ਫਾਰਮ ਤਾਂ ਲੱਗਣੀ ਉੱਪਰ ਆਪਾਂ ਰੂਲ ਦੇ ਵਿੱਚ ਦੱਸ ਦਿੱਤਾ, ਠੀਕ ਹੈ। ਉਹ ਤੋਂ ਬਾਅਦ ਜਿੱਦਾਂ ਹੁਣ ਉਸ ਤੋਂ ਬਾਅਦ ਗੱਲ ਕਰਦੇ ਹਾਂ ਆਪਾਂ ਕੁੱਡ ਦੀ। ਕੁੱਡ ਨੂੰ ਆਪਾਂ ਯੂਜ਼ ਕਰਦੇ ਹਾਂ ਫੋਰ ਪਾਸਟ, ਠੀਕ ਹੈ। ਕੁੱਡ ਨੂੰ ਆਪਾਂ ਯੂਜ਼ ਕਰਦੇ ਹਾਂ ਫੋਰ ਪਾਸਟ, ਲਾਈਕ ਫਾਸਟ ਪਾਵਰ, ਲਾਈਕ ਹੁਣ ਜਿੱਦਾਂ ਆਪਾਂ ਇਹ ਸੇਮ ਰੂਲ ਹੁੰਦੇ ਨੇ ਇਹਨਾਂ ਵਾਸਤੇ ਵੀ, ਲਾਈਕ ਇਹਦੇ ਰੂਲ ਵੀ ਸੇਮ ਨੇਗੇ। ਅਤੇ ਜਿੱਦਾਂ ਲਿਖਿਆ ਹੋਇਆ ਸੇਮ ਰੂਲ ਐਜ਼ ਕੈਨ ਬਟ ਯੂਜ਼ ਕੁੱਡ ਔਨ ਦਾ ਪਲੇਸ ਆਫ ਕੈਨ, ਲਾਈਕ ਵੀ ਜਿੱਦਾਂ ਆਈ, ਇਹਦੇ ਨਾਲ ਵੀ ਆਈ ਲੱਗਦਾ ਵਾ, ਠੀਕ ਹੈ। ਆਈ ਲਈ ਯੂਜ਼ ਕਰ ਸਕਦੇ ਹਾਂ ਇਹਨੂੰ ਆਪਾਂ, ਯੂ ਲਈ ਯੂਜ਼ ਕਰ ਸਕਦੇ ਹਾਂ, ਹੀ ਲਈ ਯੂਜ਼ ਕਰ ਸਕਦੇ ਹਾਂ, ਸ਼ੀ ਲਈ ਯੂਜ਼ ਕਰ ਸਕਦੇ ਹਾਂ, ਲਾਈਕ ਦੈਟ। ਕਿਸ ਦਾ ਨੇਮ ਵੀ ਹੋ ਸਕਦਾ। ਤਾਂ ਇਹਦਾ ਰੂਲ ਬਣ ਗਿਆ
ਜਿੱਦਾਂ ਆਪਾਂ ਆਈ ਯੂਜ਼ ਕੀਤੀ, ਮੰਨ ਲਓ ਆਈ ਪਲੱਸ ਆਈ ਦੇ ਨਾਲ ਲੱਗ ਗਿਆ ਕੁੱਡ, ਅਤੇ ਇਹਦੇ ਨਾਲ ਲੱਗ ਗਈ ਫਸਟ ਫਾਰਮ। ਠੀਕ ਹੈ, ਇੱਦਾਂ ਆਪਾਂ ਇਹਨੂੰ ਕੀ ਕਰ ਸਕਦੇ ਹਾਂ, ਯੂਜ਼ ਕਰ ਸਕਦੇ ਹਾਂਗੇ। ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ, ਇਹ ਇੱਥੇ ਤੱਕ ਤੁਹਾਨੂੰ ਸਾਰਿਆਂ ਨੂੰ ਕਲੈਰਿਟੀ ਹੋ ਗਈ। ਜੇ ਤੁਹਾਨੂੰ ਸਮਝ ਨਹੀਂ ਆਇਆ ਤਾਂ ਪਲੀਜ਼ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੱਸ ਦਿਓ। ਥਰਡ ਹੈਗਾ ਵਾ ਸ਼ੁੱਡ। ਸ਼ੁੱਡ ਹੁੰਦਾ ਗਾ ਵੀ ਕਿਸੇ ਚੀਜ਼ ਨੂੰ ਕਰਨਾ ਹੀ ਕਰਨਾ, ਮਤਲਬ ਕਹਿ ਨਹੀਂ ਦਿੰਦੇ ਯੂ ਸ਼ੁੱਡ ਓਬਏ ਦਿਸ ਰੂਲਸ। ਠੀਕ ਹੈ, ਆਪਾਂ ਐਡਵਾਈਸ ਦੇਣੀ ਹੁੰਦੀ ਹੈ ਕਿਸੇ ਨੂੰ, ਪ੍ਰੈਜੈਂਟ ਐਡਵਾਈਸ, ਵੀ ਤੁਹਾਨੂੰ ਇਹ ਕਰਨਾ ਹੀ ਪਵੇਗਾ, ਤੁਸੀਂ ਇਹ ਚੀਜ਼ ਨੂੰ ਕਰਨਾ ਹੀ ਕਰਨਾ ਹੈ। ਠੀਕ ਹੈ, ਇੱਕ ਤਰ੍ਹਾਂ ਨਾਲ ਕਹਿ ਦਿੰਦੇ ਆਪਾਂ ਕੋਈ ਗੱਲ ਥੋਪ ਦਿੱਤੀ ਜਾਂਦੀ ਆ। ਠੀਕ ਹੈ, ਅਤੇ ਇਸ ਦਾ ਰੂਲ ਵੀ ਸੇਮ ਆ, ਬਟ ਜਿੱਦਾਂ ਹੁਣ ਆਪਾਂ ਗੱਲ ਕਰ ਦਿਆਂਗੇ ਸੌਰੀ ਜਿਹੜਾ ਉੱਪਰ ਆਪਾਂ ਨੈਗੇਟਿਵ ਦੀ ਗੱਲ, ਕੁੱਡ ਦੇ ਵਿੱਚ ਨੈਗੇਟਿਵ ਦੀ ਗੱਲ ਕਰਦੇ ਤਾਂ ਕੁੱਡ ਦੇ ਤੋਂ ਬਾਅਦ ਨੈਗੇਟਿਵ ਲੱਗਣਾ ਵਾ। ਇੱਥੇ ਆਪਾਂ ਜੇ ਗੱਲ ਕਰੀਏ ਲਾਈਕ ਜੇ ਆਪਾਂ ਆਈ ਯੂਜ਼ ਕਰਦੇ ਹਾਂ ਤਾਂ ਇਹਦੇ ਨਾਲ ਕੁੱਡ, ਠੀਕ ਹੈ। ਅਤੇ ਉਸ ਤੋਂ ਬਾਅਦ ਜੇ ਆਪਾਂ ਇੱਧਰ ਆ ਜਾਈਏ, ਸ਼ੁੱਡ ਦੀ ਆਪਾਂ ਗੱਲ ਕਰਦੇ ਹਾਂ ਪ੍ਰੈਜੈਂਟ ਐਡਵਾਈਸ। ਜਿੱਦਾਂ ਆਪਾਂ ਇਹ ਚੀਜ਼ ਨੂੰ ਕਹਿ ਦਿੰਦੇ ਵੀ ਇਹ ਤੁਸੀਂ ਚੀਜ਼ ਕਰਨੀ ਹੀ ਕਰਨੀ ਆ। ਠੀਕ ਆ, ਲਾਈਕ ਹੁਣ ਜੇ ਆਪਾਂ ਗੱਲ ਕਰੀਏ ਆਈ ਸ਼ੁੱਡ ਪਲੱਸ ਵਰਬ ਦੀ ਫਸਟ ਫਾਰਮ ਲੱਗਣੀ ਹੀ ਲੱਗਣੀ ਆ। ਜਿੱਦਾਂ ਕਹਿ ਦਈਏ ਵੀ ਆਈ ਸ਼ੁੱਡ ਗੋ, ਮੈਨੂੰ ਜਾਣਾ ਹੀ ਚਾਹੀਦਾ ਹੈ। ਕਿਤੇ ਕਹਿ ਦਿੰਦੇ ਆ ਵੀ ਹਾਂ ਮੈਨੂੰ ਜਾਣਾ ਚਾਹੀਦਾ ਵਾ, ਕਿਤੇ ਕਹਿੰਦੇ ਤੈਨੂੰ ਜਾਣਾ ਹੀ ਚਾਹੀਦਾ, ਜਾਂ ਯੂ ਸ਼ੁੱਡ ਗੋ, ਤੈਨੂੰ ਜਾਣਾ ਹੀ ਪਵੇਗਾ, ਤੂੰ ਜਾਣਾ ਹੀ ਜਾਣਾ ਹੈ। ਠੀਕ ਹੈ, ਉੱਥੇ ਆਪਾਂ ਇਹਨੂੰ ਯੂਜ਼ ਕਰਦੇ। ਜਿੱਦਾਂ ਹੁਣ ਨੈਗੇਟਿਵ, ਜਿਹਦਾ ਨੈਗੇਟਿਵ ਬਣਾਉਣਾ ਤਾਂ ਉਸ ਤੋਂ ਬਾਅਦ ਜੇ ਨੈਗੇਟਿਵ ਬਣਾਉਣਾ ਹੈ ਤਾਂ ਨੈਗੇਟਿਵ ਦੇ ਨਾਲ, ਨੈਗੇਟਿਵ ਦੇ ਵਿੱਚ ਸਾਰਾ ਕੁਝ ਸੇਮ ਰਹੂਗਾ, ਬਸ ਨੋਟ ਆਫਟਰ ਸ਼ੁੱਡ। ਠੀਕ ਹੈ, ਅਤੇ ਜਿੱਦਾਂ ਹੁਣ ਆਪਾਂ ਇੰਟੈਰੋਗੇਟਿਵ ਦੀ ਗੱਲ ਕਰਦੇ ਹਾਂ, ਇੰਟੈਰੋ ਦੀ ਗੱਲ ਕੀਤੀ ਤਾਂ ਇੰਟੈਰੋਗੇਟਿਵ ਦੇ ਵਿੱਚ ਕੀ ਹੁੰਦਾ ਗਾ, ਜਿਹੜਾ ਸ਼ੁੱਡ ਆ ਉਹ ਆ ਜਾਣਾ ਆਈ ਤੋਂ ਪਹਿਲਾਂ, ਜਾਂ ਆਪਾਂ ਆਈ ਯੂ ਵੀ ਆਈ ਯੂ ਸ਼ੀ ਹੀ ਹੈ ਨਾ, ਉਹ 'ਤੇ ਯੂਜ਼ ਕਰਦੇ ਹਾਂ ਇੰਟੈਰੋਗੇਟਿਵ ਦੇ, ਤਾਂ ਸ਼ੁੱਡ ਪਹਿਲਾਂ ਆ ਜਾਣਾ। ਠੀਕ ਹੈ, ਅਤੇ ਉਸ ਤੋਂ ਬਾਅਦ ਇੱਕ ਗੱਲ ਹੋਰ, ਜਦੋਂ ਆਪਾਂ ਮਤਲਬ ਕਿਸੇ ਚੀਜ਼ ਦੀ, ਮਤਲਬ ਆਪਾਂ ਹੁਣ ਕੋਈ ਰੂਲ ਬਣਾ ਰਹੇ ਹਾਂ ਅੱਗੇ ਹੈ ਨਾ, ਮਤਲਬ ਆਪਾਂ ਗੱਲ ਇੱਥੇ ਗੱਲ ਇੰਨੀ ਕੁ ਕਰ ਰਹੇ ਹਾਂ ਕਿ ਜਿੱਦਾਂ ਮੈਂ ਜਾ ਸਕਦੀ ਹਾਂ, ਹੈ ਨਾ, ਆਈ ਕੈਨ ਗੋ, ਆਪਾਂ ਪਹਿਲਾਂ ਗੱਲ ਕੀਤੀ ਆ। ਅਤੇ ਜਿੱਦਾਂ ਹੁਣ ਇਹਦੇ ਵਿੱਚ ਗੱਲ ਕਰੀਏ, ਇਹਦੇ ਵਿੱਚ ਕਹਿ ਸਕਦੇ ਹਾਂਗੇ ਵੀ ਆਈ ਕੁੱਡ ਗੋ, ਮੈਂ ਗਈ ਸੀ, ਹੈ ਨਾ, ਇੱਦਾਂ ਹੀ ਕਹਾਂਗੇ, ਮੈਂ ਗਈ ਸੀ, ਮੈਂ ਜਾ ਸਕਦੀ ਸੀ, ਹੈ ਨਾ, ਮੈਂ ਜਾ ਸਕਦੀ ਸੀ। ਕਹਿੰਦੇ ਨੇ ਵੀ ਤੂੰ ਗਈ ਨਹੀਂ ਹੈਗੀ ਉੱਥੇ, ਹੈ ਨਾ, ਮੈਂ ਜਾ ਸਕਦੀ ਸੀ ਪਰ ਮੈਂ ਕਿਸੇ ਗੱਲੋਂ ਨਹੀਂ ਗਈ ਹੈਗੀ। ਸ਼ੁੱਡ ਦੇ ਵਿੱਚ ਆ ਜਾਂਦਾ ਆਈ ਸ਼ੁੱਡ ਗੋ, ਮੈਨੂੰ ਜਾਣਾ ਹੀ ਚਾਹੀਦਾ ਹੈ ਨਾ। ਅਤੇ ਇੱਕ ਗੱਲ ਹੋਰ ਧਿਆਨ ਰੱਖਣੀ ਆ ਗਈ ਗੋ ਦੇ ਨਾਲ। ਠੀਕ ਆ, ਗੋ ਜਿਹੜਾ ਕਿਹਦੇ ਨਾਲ ਯੂਜ਼ ਹੁੰਦਾ, ਟੂ ਦੇ ਨਾਲ। ਠੀਕ ਆ, ਹਮੇਸ਼ਾ ਇਹ ਗੱਲ ਯਾਦ ਰੱਖਣੀ, ਗੋ ਹਮੇਸ਼ਾ ਯਾਦ ਰੱਖਣਾ ਵਾ ਵੀ ਜਿਹੜਾ ਟੂ ਨਾਲ ਯੂਜ਼ ਹੁੰਦਾ। ਜਿਹੜਾ ਪਿਕਨਿਕ ਆ, ਆਪਾਂ ਇਹ ਨਹੀਂ ਕਹਿ ਸਕਦੇ ਗੋ ਫੋਰ ਪਿਕਨਿਕ, ਨਾ, ਪਿਕਨਿਕ ਦੇ ਨਾਲ ਆਪਾਂ ਯੂਜ਼ ਕਰਦੇ ਹਾਂ ਔਨ। ਠੀਕ ਹੈ, ਅਤੇ ਅੱਗੇ ਜੇ ਮੋਰਨਿੰਗ, ਆਪਾਂ ਕਹਿੰਦੇ ਹਾਂ ਮੋਰਨਿੰਗ ਦੇ ਨਾਲ ਫੋਰ ਯੂਜ਼ ਕਰਦੇ ਹਾਂ, ਫੋਰ ਮੋਰਨਿੰਗ ਬ੍ਰੇਕਫਾਸਟ, ਲਾਈਕ ਦੈਟ। ਠੀਕ ਆ, ਅਤੇ ਹੁਣ ਜਿੱਦਾਂ ਹੁਣ ਆਪਾਂ ਗੋ ਦੀ ਕਿਤੇ ਵੀ ਗੱਲ ਕਰ ਰਹੇ ਹਾਂ, ਚਲੋ ਹੈ ਨਾ, ਆਪਾਂ ਹੁਣ ਐਗਜ਼ਾਮਪਲਸ ਲੈ ਕੇ ਚੱਲਦੇ ਇਹਨਾਂ ਦੀਆਂ। ਅੱਗੇ ਗੱਲ ਕਰੀਏ, ਸੌਰੀ, ਜਿੱਦਾਂ ਹੁਣ ਅੱਗੇ ਕੈਨ ਹੋ ਗਿਆ ਆਪਣਾ, ਕੁੱਡ ਵੀ ਹੋ ਗਿਆ, ਸ਼ੁੱਡ ਵੀ ਹੋ ਗਿਆ। ਮੇ ਹੁੰਦਾ ਗਾ
ਵੀ ਸ਼ਾਇਦ ਕਹਿ ਸਕਦੇ ਹਾਂ ਆਪਾਂ 50%, ਕਿੰਨਿਆਂ ਚੋਂ 100 ਦੇ ਵਿੱਚੋਂ 50%। ਵੀ ਸ਼ਾਇਦ ਇਟ ਮੇ ਬੀ ਰੇਨ ਟੂਡੇ, ਕਿਉਂਕਿ ਵੀ ਕਹਿ ਸਕਦੇ ਹਾਂ ਵੀ ਮੌਸਮ ਦੇਖ ਕੇ ਕਹਿਤਾ ਵੀ ਹਾਂ ਵੀ ਮੀਂਹ ਪੈ ਸਕਦਾ ਵਾ, ਵੀ ਸ਼ਾਇਦ ਪੈ ਸਕਦਾ, ਪੱਕਾ ਨਹੀਂ ਪਤਾ ਹੈਗਾ ਪਊਗਾ ਕਿ ਨਹੀਂ ਪਊਗਾ, ਹੈ ਨਾ। ਅਤੇ ਅੱਗੇ ਗੱਲ ਕਰਦੇ ਹਾਂ ਮਾਈਟ ਦੀ। ਮਾਈਟ ਆ ਜਾਂਦਾ ਸ਼ਾਇਦ ਹੀ 50 ਦੇ ਵਿੱਚੋਂ ਵੀ 30% ਰਹਿ ਗਿਆ, ਮਤਲਬ ਵੀ ਬੱਦਲ ਹੈ ਨਹੀਂ ਗੇ ਪਰ ਹਨੇਰੀ ਚੱਲ ਰਹੀ ਆ, ਆਪਾਂ ਕਹਿੰਦੇ ਸ਼ਾਇਦ ਹੀ ਵੀ ਮੀਂਹ ਪੈ ਜਾਵੇ। ਜਾਂ ਤਾਂ ਕੋਵਿਡ ਦੇ ਵਿੱਚ ਆਪਾਂ ਕਹਿ ਨਹੀਂ ਸਕਦੇ ਸੀਗੇ ਵੀ ਹੈ ਨਾ ਸ਼ਾਇਦ ਹੀ ਪੇਪਰ ਹੋਣ, ਸ਼ਾਇਦ ਹੀ ਕਿਤੇ ਲੀਸਟ ਚਾਂਸ ਨੇਗੇ ਵੀ ਹਾਂ ਪੇਪਰ ਹੋਣਗੇ, ਹੈ ਨਾ, ਲਾਈਕ ਦੈਟ। ਹੁਣ ਜਿੱਥੇ ਅੱਗੇ ਗੱਲ ਕਰਦੇ ਹਾਂ ਮਸਟ ਦੇ ਵਿੱਚ ਹੁੰਦਾ ਪੱਕਾ, ਵੀ 100% ਸ਼ੋਰ ਆ ਇਟ ਮਸਟ ਬੀ ਰੇਨ ਟੂਡੇ, ਠੀਕ ਆ, ਵੀ ਹੁਣ ਪੱਕਾ ਯਕੀਨ ਆ ਵੀ ਮੀਂਹ ਪਊਗਾ ਹੀ ਪਊਗਾ। ਜਾਂ ਫਿਰ ਜਦੋਂ ਸਕੂਲ ਖੁੱਲ੍ਹ ਗਏ ਸੀਗੇ ਆਪਾਂ ਕਹਿ ਸਕਦੇ ਵੀ ਹਾਂ ਹੁਣ ਪੱਕਾ ਹੀ ਆ ਪੇਪਰ ਹੋਣਗੇ ਹੀ ਹੋਣਗੇ, ਹੈ ਨਾ। ਜਾਂ ਕਹਿ ਸਕਦੇ ਹਾਂ ਵੀ ਜਦੋਂ ਆਪਾਂ ਤਿਆਰ ਹੋ ਗਏ, ਹਾਂ ਹੁਣ ਪੱਕਾ ਹੀ ਆ ਵੀ ਹੁਣ ਮੈਂ ਵਿਆਹ 'ਤੇ ਜਾਂ ਫਿਰ ਪਾਰਟੀ 'ਤੇ ਜਾਣਾ ਹੀ ਜਾਣਾ, ਵੀ 100% ਸ਼ੋਰਟੀ ਆ ਮੈਨੂੰ, ਹੈ ਨਾ। ਜਿਹੜੀ ਚੀਜ਼ ਨੂੰ ਪੱਕਾ ਹੋ ਜਾਵੇ ਉਹ ਕਹਿੰਦੇ ਮਸਟ, ਵੀ ਹਾਂ ਮੈਂ ਜਾਣਾ ਹੀ ਜਾਣਾ। ਅਤੇ ਅੱਗੇ ਆਪਾਂ ਸੈਂਟੈਂਸ ਦੀ ਗੱਲ ਕਰਦੇ ਹਾਂ ਲਾਈਕ ਲਵ ਉਸ ਤਰ੍ਹਾਂ ਦਾ ਲਵ ਨਹੀਂ ਹੁੰਦਾ ਹੈਗਾ, ਲਾਈਕ ਵੀ ਆਪਾਂ ਕਹਿੰਦੇ ਕਿਸੇ ਚੀਜ਼ ਨੂੰ ਬਹੁਤ ਜ਼ਿਆਦਾ ਪਸੰਦ ਕਰਨਾ, ਠੀਕ ਆ, ਮਤਲਬ ਇੱਕ ਹੀ ਚੀਜ਼ ਨੂੰ ਪਸੰਦ ਕਰਨਾ। ਆਪਾਂ ਇਹ ਨਹੀਂ ਕਹਿ ਸਕਦੇ ਹੈ ਨਾ, ਆਪਾਂ ਕਹਿ ਦਿੰਦੇ ਹਾਂ ਵੀ ਆਈ ਲਵ ਮਾਈ ਮਦਰ, ਠੀਕ ਆ, ਬਟ ਆਪਾਂ ਇਹ ਤਾਂ ਨਹੀਂ ਕਹਿ ਸਕਦੇ ਹੁਣ ਕਿਸੇ ਨੂੰ ਹੋਰ ਪਸੰਦ ਕੀਤਾ, ਕਿਉਂਕਿ ਇਹਦੇ ਵਿੱਚ ਲਵ ਦਾ ਮੀਨਿੰਗ ਇਹ ਹੁੰਦਾ ਵੀ ਆਪਾਂ ਸਿਰਫ ਇੱਕ ਚੀਜ਼ ਨੂੰ ਹੀ ਪਸੰਦ ਕਰਨਾ, ਇੱਕ ਹੀ ਚੀਜ਼ ਪਸੰਦ ਕਰਨਾ, ਠੀਕ ਆ। ਆਪਾਂ ਕਹਿੰਦੇ ਆਈ ਲਵ ਮਾਈ ਮਦਰ ਸੋ ਮਚ, ਆਈ ਲਵ ਮਾਈ ਫੈਮਿਲੀ ਸੋ ਮਚ, ਕਿਉਂਕਿ ਤੁਸੀਂ ਇੱਕ ਚੀਜ਼ ਨੂੰ ਪਸੰਦ ਕਰਦੇ ਹੋ। ਹੁਣ ਇਹ ਤਾਂ ਨਹੀਂ ਕਹੋਗੇ ਆਈ ਲਵ ਮਾਈ ਦਿਸ ਵਨ। ਜਦੋਂ ਆਪਾਂ ਨੂੰ ਕੋਈ ਟੀਚਰ ਕਹਿੰਦਾ ਗਾ ਹੈ ਨਾ, ਆਪਾਂ ਨੂੰ ਇੱਦਾਂ ਕਹਿੰਦੇ ਆ ਆਈ ਲਾਈਕ ਦਿਸ ਸਟੂਡੈਂਟ, ਇੱਦਾਂ ਨਹੀਂ ਕਹਿੰਦੇ ਆਈ ਲਵ ਦਿਸ ਸਟੂਡੈਂਟ, ਬਿਕੋਜ਼ ਵੀ ਉਹਨਾਂ ਨੂੰ ਪਤਾ ਗਾ ਵੀ ਬੱਚਾ ਹਰਟ ਹੋਊਗਾ, ਲਾਈਕ ਦੈਟ। ਵੀ ਆਪਾਂ ਸਿਰਫ ਇੱਕ ਚੀਜ਼ ਨੂੰ ਹੀ ਪਸੰਦ ਕਰਨਾ, ਲਵ ਦਾ ਮਤਲਬ ਇਹ ਹੁੰਦਾ ਆਈ ਲਵ ਮਾਈ ਮਦਰ, ਆਈ ਲਵ ਮਾਈ ਫੈਮਿਲੀ, ਠੀਕ ਹੈ। ਅਤੇ ਉਸ ਤੋਂ ਬਾਅਦ ਬਟ ਜਿਹੜਾ ਲਾਈਕ ਹੁੰਦਾ ਉਹ ਆਪਾਂ ਮਤਲਬ ਇੱਕ ਚੀਜ਼ ਨੂੰ ਪਸੰਦ ਕਰਨਾ ਨਹੀਂ ਹੁੰਦਾ, ਆਪਾਂ ਕਿਸੇ ਹੋਰ ਚੀਜ਼ ਨੂੰ ਵੀ ਪਸੰਦ ਕਰ ਸਕਦੇ ਹਾਂ। ਆਈ ਲਵ ਮਾਈ ਫੈਮਿਲੀ ਬਟ ਆਈ ਲਾਈਕ ਮਾਈ ਫਰੈਂਡਸ ਆਲਸੋ, ਠੀਕ ਹੈ, ਆਪਾਂ ਇੱਦਾਂ ਯੂਜ਼ ਕਰ ਸਕਦੇ ਹਾਂ। ਆਈ ਲਵ ਮਾਈ ਫੈਮਿਲੀ ਬਟ ਆਈ ਲਾਈਕ ਮਾਈ ਅੰਕਲ ਲਾ ਲਓ, ਅੰਕਲ ਔਰ ਫਰੈਂਡਸ ਆਲਸੋ, ਠੀਕ ਹੈ, ਆਪਾਂ ਇਹ ਵੀ ਯੂਜ਼ ਕਰ ਸਕਦੇ ਹਾਂ। ਮਤਲਬ ਵੀ ਲਵ ਅਤੇ ਲਾਈਕ ਦੇ ਵਿੱਚ ਐਡਾ ਮਤਲਬ ਮੀਨਿੰਗ ਆ, ਮਤਲਬ ਵੀ ਥੋੜ੍ਹਾ ਫਰਕ ਆ, ਠੀਕ ਆ। ਲਵ ਇੱਕ ਪਰਟੀਕੂਲਰ ਚੀਜ਼ ਵਾਸਤੇ, ਬਟ ਜਿਹੜਾ ਲਾਈਕ ਆ ਫॉर ਡਿਫਰੈਂਟ ਥਿੰਗਸ, ਮਤਲਬ ਇਹਦੀ ਕੋਈ ਕੰਡੀਸ਼ਨ ਨਹੀਂ ਹੈਗੀ, ਲਾਈਕ ਦੇ ਵਿੱਚ ਕੋਈ ਕੰਡੀਸ਼ਨ ਨਹੀਂ ਹੈਗੀ ਵੀ ਤੁਸੀਂ ਹਾਂ ਇੱਕ ਹੀ ਚੀਜ਼ ਉਹ ਕਰਨੀ ਹੈ। ਉਹ ਕਹਿੰਦੇ ਆਈ ਲਾਈਕ ਦਿਸ, ਆਈ ਲਾਈਕ ਦਿਸ, ਆਈ ਲਾਈਕ ਦਿਸ, ਆਪਾਂ ਇਹ ਤਾਂ ਨਹੀਂ ਆਈ ਲਵ ਦਿਸ, ਆਈ ਲਵ ਦਿਸ, ਆਈ ਲਵ, ਕਿਉਂਕਿ ਲਵ ਇੱਕ ਪਰਟੀਕੂਲਰ ਚੀਜ਼ ਨੂੰ ਹੀ ਕੀਤਾ ਜਾਂਦਾ ਵਾ, ਠੀਕ ਆ। ਉਸ ਤੋਂ ਬਾਅਦ ਗੱਲ ਕਰਦੇ ਹਾਂ ਡੇਅਰ ਟੂ ਦਾ ਮਤਲਬ ਹੁੰਦਾ ਹਿੰਮਤ ਹੈ, ਹਿੰਮਤ ਮਤਲਬ ਹੌਸਲਾ, ਮਤਲਬ ਹੁਣ ਜਿੱਦਾਂ ਕਹਿ ਦਈਏ ਆਈ ਡੇਅਰ ਟੂ ਸਪੀਕ ਇੰਗਲਿਸ਼, ਠੀਕ ਆ, ਆਈ ਡੇਅਰ ਟੂ ਸਪੀਕ ਇੰਗਲਿਸ਼, ਵੀ ਮੇਰੇ 'ਚ ਇੰਗਲਿਸ਼ ਬੋਲਣ ਦੀ ਹਿੰਮਤ ਹੈ, ਮੈਂ ਇੰਗਲਿਸ਼ ਬੋਲ ਸਕਦੀ ਹਾਂ, ਠੀਕ ਆ। ਅਤੇ ਜਿੱਦਾਂ ਹੁਣ ਆਪਾਂ ਪਹਿਲਾਂ ਗੱਲ ਕੀਤੀ ਆ ਹਾਂ ਵੀ ਮੈਂ ਇੰਗਲਿਸ਼ ਬੋਲ ਸਕਦੀ ਹਾਂ, ਮੈਂ ਬੋਲ ਸਕਦੀ ਹਾਂ, ਠੀਕ ਆ। ਹੁਣ ਅੱਗੇ ਗੱਲ ਕਰਦੇ ਹਾਂ, ਇੱਥੇ ਆ ਜਾਂਦਾ ਕਿ ਵਾਂਟ ਟੂ ਦਾ ਮਤਲਬ ਹੁੰਦਾ ਚਾਹੁੰਦਾ ਹਾਂ, ਵੀ ਮੈਂ ਮਤਲਬ ਕਿਸੇ ਚੀਜ਼ ਨੂੰ ਕਰਨਾ ਚਾਹੁੰਦਾ ਹਾਂ, ਮਤਲਬ ਵੀ ਮੈਂ ਇਹ ਮੁਕਾਮ ਹਾਸਲ ਕਰਨਾ ਚਾਹੁੰਦਾ, ਜਾਂ ਮੈਂ ਇਹ ਕਰਨਾ ਚਾਹੁੰਦੀ ਹਾਂ, ਲਾ ਲਓ, ਹੈ ਨਾ, ਮੈਂ ਚੀਜ਼ ਹੈ ਮਤਲਬ ਹਾਸਲ ਕਰਨੀ ਹੀ ਕਰਨੀ ਆ, ਉਹਦੇ ਵਾਸਤੇ ਵਾਂਟ ਟੂ ਯੂਜ਼ ਹੁੰਦਾ। ਲਾਈਕ ਐਗਜ਼ਾਮਪਲ ਲੈ ਲੈਂਦੇ ਆਪਾਂ, ਆਈ ਵਾਂਟ ਟੂ ਸਪੀਕ ਇੰਗਲਿਸ਼, ਮਤਲਬ ਕਈ ਆਪਾਂ ਕਹਿ ਨਹੀਂ ਦਿੰਦੇ ਵੀ ਹੈ ਨਾ ਵੀ ਕਿਸੇ ਨੂੰ ਇੰਗਲਿਸ਼ ਨਹੀਂ ਆਉਂਦੀ ਹੈਗੀ, ਉਹ ਆਪਾਂ ਨੂੰ ਆ ਕੇ ਕਹਿੰਦਾ ਵੀ ਆਈ ਵਾਂਟ ਟੂ ਲਰਨ, ਆਈ ਵਾਂਟ ਟੂ ਸਪੀਕ, ਆਈ ਵਾਂਟ ਟੂ ਡੂ, ਆਈ ਵਾਂਟ ਟੂ ਥਿੰਕ, ਲਾਈਕ ਇੱਦਾਂ ਦੀ ਚੀਜ਼ਾਂ, ਠੀਕ ਆ। ਅਤੇ ਆਪਾਂ ਉਹਦੇ ਵਾਸਤੇ ਕੀ ਯੂਜ਼ ਕਰਦੇ ਹਾਂ, ਵਾਂਟ ਯੂਜ਼ ਕਰਦੇ ਹਾਂ। ਉਸ ਤੋਂ ਬਾਅਦ ਆ ਜਾਂਦੀ ਹੈ ਗੱਲ ਟਰਾਈ ਟੂ ਦਾ ਮਤਲਬ ਵੀ ਮੈਂ ਕੋਸ਼ਿਸ਼ ਕਰਦਾ ਹਾਂ,
भी मैं कोशिश कर रहा मैं कोशिश करदा भी ये काम होऊगा कि नहीं होऊगा, है ना। ਉਹ ਤੋਂ ਕਰ ਸਕਦੇ ਹਾਂ आई ट्राई टू स्पीक इंग्लिश, आई ट्राई टू स्पीक इंग्लिश, भी ਉਹ ਸਿਰਫ ਟਰਾਈ ਕਰ ਰਿਹਾ ਹੈ ਨਾ। ਇੱਕ ਤਾਂ ਹੁੰਦਾ ਗਾ ਵੀ ਹਾਂ ਜਿਵੇਂ ਹੁਣ ਆਪਾਂ ਪਹਿਲਾਂ ਗੱਲ ਕੀਤੀ ਡੇਅਰ ਟੂ ਦੇ ਉਹਦੇ ਵਿੱਚ ਪੂਰੀ ਹਿੰਮਤ ਆ ਵੀ ਹਾਂ ਮੈਂ ਇੰਗਲਿਸ਼ ਬੋਲ ਸਕਦਾ, ਮੈਂ ਇੰਗਲਿਸ਼ ਬੋਲ ਸਕਦੀ ਹਾਂ। ਬਟ ਕਈ ਕਹਿੰਦੇ ਵੀ ਹਾਂ ਮੈਂ ਇੱਕ ਟਰਾਈ ਕਰ ਸਕਦਾ, ਮੈਂ ਬੋਲਣਾ ਚਾਹੁੰਦਾ ਵਾ, ਹੈ ਨਾ। ਤੇ ਕਹਿੰਦੇ ਮੈਂ ਬੋਲਣਾ ਚਾਹੁੰਦਾ ਗਾ ਪਰ ਵੀ ਮੇਰੇ 'ਚ ਹੌਸਲਾ ਨਹੀਂ। ਤਾਂ ਆਪ ਕਹਿੰਦੇ ਆਈ ਵਾਂਟ ਟੂ ਸਪੀਕ ਇੰਗਲਿਸ਼, ਮੈਂ ਬੋਲਣਾ ਚਾਹੁੰਦਾ, ਆਈ ਵਾਂਟ ਟੂ ਸਪੀਕ ਇੰਗਲਿਸ਼, ਮੈਂ ਬੋਲਣਾ ਚਾਹੁੰਦੀ ਹਾਂ। ਆਈ ਨੀਡ ਟੂ ਸਪੀਕ ਇੰਗਲਿਸ਼, ਓ ਸੋਰੀ ਆਈ ਟਰਾਈ ਟੂ ਸਪੀਕ ਇੰਗਲਿਸ਼, ਮਤਲਬ ਮੈਂ ਇੰਗਲਿਸ਼ ਬੋਲਣ ਦੀ ਕੋਸ਼ਿਸ਼ ਕਰ ਰਿਹਾ ਹਾਂ, ਠੀਕ ਆ, ਜਾਂ ਕਰ ਰਹੀ ਹਾਂ। ਨੀਡ ਟੂ ਦਾ ਮਤਲਬ ਜ਼ਰੂਰਤ ਆ, ਮੈਨੂੰ ਜ਼ਰੂਰਤ ਆ। ਕਹਿੰਦੇ ਨੇ ਆਈ ਨੀਡ ਦਿਸ ਥਿੰਗ, ਆਈ ਨੀਡ ਦਿਸ ਪੈਨ, ਆਈ ਨੀਡ ਦਿਸ ਬੈਟ, ਆਈ ਨੀਡ ਦਿਸ ਬੈਗ, ਲਾਈਕ ਦੈਟ, ਠੀਕ ਹੈ। ਆਪਾਂ ਕਹਿ ਸਕਦੇ ਹਾਂ ਆਈ ਨੀਡ ਟੂ ਸਪੀਕ ਇੰਗਲਿਸ਼। ਹੁਣ ਆਪਾਂ ਇਹ ਗੱਲ ਕਰੀਏ ਜਿੱਦਾਂ ਹੁਣ ਕੋਈ ਆਈਲੈਟ ਸਟੂਡੈਂਟ ਆ ਅਤੇ ਉਹਨੇ ਬਾਹਰ ਜਾਣਾ ਅਤੇ ਉਹਦੇ ਵਾਸਤੇ ਇਹ ਪਰਫੈਕਟ ਵਰਡ ਆ ਵੀ ਉਹਨੂੰ ਬਾਹਰ ਜਾਣ ਤੋਂ ਪਹਿਲਾਂ ਇੰਗਲਿਸ਼ ਸਿੱਖਣ ਦੀ ਜ਼ਰੂਰਤ ਆ, ਠੀਕ ਆ। ਆਪਾਂ ਕਹਿ ਸਕਦੇ ਹਾਂ ਵੀ ਕੋਈ ਸਿਮਰਨ ਮੰਨ ਲਓ ਸਿਮਰਨ ਆ ਵੀ ਉਹ ਬਾਹਰ ਜਾ ਰਹੀ ਆ ਅਤੇ ਉਹ ਕਹੂਗੀ ਆਪਾਂ ਕਹਾਂਗੇ ਸਿਮਰਨ ਨੀਡ ਟੂ ਸਪੀਕ ਇੰਗਲਿਸ਼, ਕਿਉਂਕਿ ਉਹਨੂੰ ਇੰਗਲਿਸ਼ ਨਹੀਂ ਆਉਂਦੀ ਤਾਂ ਆਪਾਂ ਕਹਾਂਗੇ ਸਿਮਰਨ ਨੀਡ ਟੂ ਸਪੀਕ ਇੰਗਲਿਸ਼, ਉਹਨੂੰ ਇੰਗਲਿਸ਼ ਸਿੱਖਣ ਦੀ ਜ਼ਰੂਰਤ ਆ, ਮਤਲਬ ਉਹਨੂੰ ਇੱਕ ਜ਼ਰੂਰਤ ਆ, ਹੈ ਨਾ, ਵੀ ਉਹਨੂੰ ਬੋਲਣ ਦੀ ਜ਼ਰੂਰਤ ਆ, ਕਿਉਂਕਿ ਉਹਨੂੰ ਨਹੀਂ ਆਉਂਦੀ ਹੈਗੀ ਤਾਂ ਸਿੱਖੂਗੀ ਤਾਂ ਜਾਣੂਗੀ। ਅਤੇ ਉਸ ਤੋਂ ਬਾਅਦ ਗੱਲ ਕਰਦੇ ਹਾਂ ਹੈਵ ਟੂ ਦਾ ਮਤਲਬ ਹੁੰਦਾ ਮਜਬੂਰੀ, ਮਤਲਬ ਕਿਸ ਚੀਜ਼ ਦੀ ਬਹੁਤ ਜ਼ਿਆਦਾ ਜ਼ਰੂਰਤ ਪੈਂਦੀ ਆ, ਮਤਲਬ ਪੈਂਦੀ ਹੈ ਮਜਬੂਰੀ, ਬਹੁਤ ਜ਼ਿਆਦਾ ਮਜਬੂਰੀ ਹੋਣਾ, ਹੈ ਨਾ। ਹੁਣ ਇੱਥੇ ਯੂਜ਼ ਕਰਦੇ ਹਾਂ ਆਈ ਹੈਵ ਟੂ ਸਪੀਕ ਇੰਗਲਿਸ਼, ਮੈਨੂੰ ਇੰਗਲਿਸ਼ ਬੋਲਣ ਦੀ ਜ਼ਰੂਰਤ ਹੈ। ਇਸ ਵਾਸਤੇ ਸੇਮ ਜਿੱਦਾਂ ਕਿਸੇ ਨੇ ਬਾਹਰ ਜਾਣਾ ਤਾਂ ਉਹਨੂੰ ਇੰਗਲਿਸ਼ ਬੋਲਣ ਦੀ ਜ਼ਰੂਰਤ ਪੈਣੀ ਹੈ ਅਤੇ ਆਪਾਂ ਕਹਿੰਦੇ ਆਈ ਹੈਵ ਟੂ ਸਪੀਕ ਇੰਗਲਿਸ਼, ਠੀਕ ਹੈ, ਲਾਈਕ ਦੈਟ। ਅੱਗੇ ਆਪਾਂ ਗੱਲ ਕਰਦੇ ਹਾਂ ਓਕੇ, ਜਿੱਦਾਂ ਆਪਾਂ ਨੈਗੇਟਿਵ ਦੀ ਗੱਲ ਕਰੀਏ ਇਹਦੇ ਵਿੱਚ ਨੈਗੇਟਿਵ ਦੇ ਵਿੱਚ ਸਾਰਾ ਕੁਝ ਸੇਮ ਆ, ਬਸ ਤੁਸੀਂ ਆਈ ਡੂ ਨਾਟ ਡੇਅਰ ਟੂ ਸਪੀਕ ਇੰਗਲਿਸ਼, ਮਤਲਬ ਜਿਹੜੀ ਤੁਸੀਂ ਸੈਂਟੈਂਸ ਯੂਜ਼ ਕੀਤੇ ਆ ਉਹਨਾਂ ਦੇ ਅੱਗੇ ਲਗਾ ਦੇਣਾ ਡੇਅਰ ਟੂ ਦੇ ਮੂਹਰੇ ਲਗਾਉਣਾ ਡੂ ਨਾਟ, ਵਾਂਟ ਦੇ ਮੂਹਰੇ ਲਗਾਉਣਾ ਡੂ ਨਾਟ, ਠੀਕ ਹੈ, ਨੀਡ ਦੇ ਮੂਹਰੇ ਲਗਾਉਣਾ ਡੂ ਨਾਟ ਲੱਗਣਾ। ਜਿੱਦਾਂ ਆਪਾਂ ਇੱਕ ਬਣਾ ਕੇ ਦੇਖ ਲੈਂਦੇ ਹਾਂ ਆਈ ਡੂ ਨਾਟ ਡੇਅਰ ਟੂ ਸਪੀਕ ਇੰਗਲਿਸ਼, ਵੀ ਮੇਰੇ ਵਿੱਚ ਇੰਗਲਿਸ਼ ਬੋਲਣ ਦੀ ਹਿੰਮਤ ਨਹੀਂ ਹੈ, ਵੀ ਮੈਂ ਇੰਗਲਿਸ਼ ਨਹੀਂ ਬੋਲ ਸਕਦੀ, ਹੈ ਨਾ, ਮੇਰੇ ਵਿੱਚ ਇੰਗਲਿਸ਼ ਬੋਲਣ ਦੀ ਹਿੰਮਤ ਨਹੀਂ ਹੈ। ਅਤੇ ਐਜ਼ ਵੈਲ ਐਜ਼ ਮਤਲਬ ਸਾਰਿਆਂ ਦੇ ਰੂਲ ਸੇਮ ਨੇਗੇ ਬਾਕੀ, ਠੀਕ ਹੈ। ਉਸ ਤੋਂ ਬਾਅਦ ਜੇ ਆਪਾਂ ਇੰਟੈਰੋਗੇਟਿਵ ਦੀ ਗੱਲ ਕਰੀਏ, ਇੰਟੈਰੋਗੇਟਿਵ ਦੇ ਵਿੱਚ ਕੀ ਹੁੰਦਾ, ਆਪਾਂ ਜਿਹੜੀ ਚੀਜ਼ ਹੁਣ ਇੱਥੇ ਲਿਖਿਆ ਹੋਇਆ ਡੂ, ਠੀਕ ਆ, ਡੂ ਨੂੰ ਲੈ ਕੇ ਆ ਜਾਵਾਂਗੇ ਮੂਹਰੇ, ਡੂ ਆਈ ਡੇਅਰ ਟੂ ਸਪੀਕ ਇੰਗਲਿਸ਼, ਮਤਲਬ ਕਿ ਮੇਰੇ ਵਿੱਚ ਇੰਗਲਿਸ਼ ਬੋਲਣ ਦੀ ਹਿੰਮਤ ਹੈ, ਠੀਕ ਆ। ਮਤਲਬ ਇੰਟੈਰੋਗੇਟਿਵ ਦੇ ਵਿੱਚ ਆਪਾਂ ਇਹ ਕਹਾਂਗੇ ਮੇਰੇ ਵਿੱਚ ਇੰਗਲਿਸ਼ ਬੋਲਣ ਦੀ ਹਿੰਮਤ ਹੈ ਕਿ ਨਹੀਂ ਹੈ ਨਾ। ਆਪਾਂ ਕਹਾਂਗੇ ਹਾਂ ਵੀ ਮੇਰੇ ਵਿੱਚ, ਆਪਾਂ ਨੂੰ ਕਹਿ ਦਿੰਦੇ ਹਾਂ ਨਾ ਵੀ ਹਾਂ ਮੇਰੇ ਵਿੱਚ ਵੀ ਇੰਗਲਿਸ਼ ਬੋਲਣ ਦੀ ਹਿੰਮਤ ਹੈਗੀ ਆ। ਆਪਾਂ ਆਪਣੇ ਆਪ ਨੂੰ ਇੱਕ ਕੁਐਸਚਨ ਪੁੱਟ ਕਰਦੇ ਹੁੰਦੇ ਕਈ ਵਾਰ ਵੀ ਮੈਂ ਆਹ ਕੰਮ ਕਰ ਸਕਦਾ, ਮੇਰੇ 'ਚ ਇਹਦੀ ਹਿੰਮਤ ਹੈਗੀ ਆ, ਲਾਈਕ ਦੈਟ, ਵੀ ਆਪਾਂ ਉੱਥੇ ਯੂਜ਼ ਇੰਟੈਰੋਗੇਟਿਵ ਦੇ ਵਿੱਚ ਇੱਦਾਂ ਯੂਜ਼ ਕਰਨਾ, ਠੀਕ ਆ। ਬਾਕੀ ਇਹਦਾ ਰੂਲ ਨੇ ਜਿਹੜੇ ਸੇਮ ਨੇ ਬਾਕੀਆਂ ਵਾਸਤੇ ਵੀ, ਠੀਕ ਹੈ। ਅਤੇ ਅੱਗੇ ਅਗਲਾ ਵਰਡ ਆ ਜਾਂਦਾ ਫੌਂਡ ਆਫ। ਸੁਣ ਕੇ ਇੱਦਾਂ ਲੱਗਦਾ ਗਾ ਵੀ ਜਿੱਦਾਂ ਮਤਲਬ ਵੀ ਕਿਸੇ 'ਚ ਕੋਈ ਚੀਜ਼ ਲੱਭ ਗਈ ਹੁੰਦੀ ਹੈ ਨਾ, ਬਟ ਫੌਂਡ ਆਫ ਦਾ ਮਤਲਬ ਕੋਈ ਚੀਜ਼ ਲੱਭਣਾ ਨਹੀਂ ਹੈਗਾ। ਫੌਂਡ ਆਫ ਦਾ ਮਤਲਬ ਹੁੰਦਾ ਸ਼ੌਂਕ। ਆਪਾਂ ਕਹਿੰਦੇ ਨੇ ਮੇਰਾ ਸ਼ੌਂਕ ਆ ਵੀ ਮੈਂ ਮੇਰਾ ਸ਼ੌਂਕ ਪੇਂਟਿੰਗ ਕਰਨ ਦਾ, ਮੇਰਾ ਸ਼ੌਂਕ ਗਾਉਣ ਦਾ, ਮੇਰਾ ਸ਼ੌਂਕ ਨੱਚਣ ਦਾ, ਮੇਰਾ ਸ਼ੌਂਕ ਜੋ ਵੀ ਆ, ਹੈ ਨਾ, ਆਪਾਂ ਉੱਦਾਂ ਗੱਲ ਕਰਦੇ ਹਾਂ ਵੀ ਮੇਰਾ ਸ਼ੌਂਕ ਆਹ ਚੀਜ਼ ਕਰਨ ਦਾ। ਅਤੇ ਇਹਦੀ ਐਗਜ਼ਾਮਪਲ ਲੈ ਕੇ ਚੱਲਦੇ ਹਾਂ, ਅਤੇ ਆਪਾਂ ਐਗਜ਼ਾਮਪਲ ਲੈ ਕੇ ਆਈ ਐਮ
fond of dancing। ਤੇ ਮਤਲਬ ਇੱਥੇ ਇੱਦਾਂ ਚੱਲੂਗਾ ਵੀ ਆਪਾਂ ਵਰਬ ਦੀ ਫਸਟ ਫਾਰਮ ਨਾਲ ING ਲਗਾਉਣਾ ਵਾ, ਠੀਕ ਹੈ। ਤੇ ਫੌਂਡ ਆਫ ਇੱਦਾਂ ਹੋ ਗਿਆ, ਮਤਲਬ ਫੌਂਡ ਆਫ ਦੇ ਨਾਲ ਵਰਬ ਦੀ ਫਸਟ ਫਾਰਮ ਦੇ ਨਾਲ ING ਲੱਗੂਗੀ, ਉੱਪਰਲੇ ਨਾਲ ਨਹੀਂ ਲੱਗਣੀ ਹੈਗੀ। ਅਤੇ ਉਸ ਤੋਂ ਬਾਅਦ ਜੇ ਆਪਾਂ ਨੈਗੇਟਿਵ ਦੀ ਗੱਲ ਕਰੀਏ, ਨੈਗੇਟਿਵ ਆਪਾਂ ਪਹਿਲਾਂ ਵੀ ਕਰ ਚੁੱਕੇ ਹਾਂ, ਲਾਈਕ ਆਈ ਐਮ ਨਾਟ ਫੌਂਡ ਆਫ ਡਾਂਸਿੰਗ। ਜਾਂ ਤੁਸੀਂ ਕੁਛ ਵੀ ਲਿਖ ਸਕਦੇ ਹੋ, ਲਾਈਕ ਡਰਾਇੰਗ, ਠੀਕ ਆ, ਕੁਛ ਵੀ ਲਿਖ ਸਕਦੇ ਹੋ, ਪਲੇਇੰਗ। ਮੈਂ ਬਸ ਇੱਕ ਐਗਜ਼ਾਮਪਲ ਦੇ ਰਹੀ ਹਾਂ ਤੁਹਾਨੂੰ, ਠੀਕ ਆ। ਅਤੇ ਉਹ ਤੋਂ ਬਾਅਦ ਇੰਟੈਰੋਗੇਟਿਵ ਦੇ ਵਿੱਚ ਉਹੀ ਚੇਂਜ ਜੋ ਪਹਿਲਾਂ ਦੱਸਿਆ ਸੀਗਾ, ਐਮ ਆਈ ਫੌਂਡ ਆਫ ਡਾਂਸਿੰਗ, ਕੀ ਮੈਂ ਡਾਂਸ ਕਰ ਸਕਦੀ ਹਾਂ, ਠੀਕ ਆ। ਅਤੇ ਇੱਕ ਗੱਲ ਦਾ ਹੋਰ ਧਿਆਨ ਰੱਖਣਾ ਹੈਗਾ ਵੀ ਜਿਹੜਾ ਨਾਊਨ ਆ, ਕੈਨ ਨਾਟ ਯੂਜ਼ ਵਿਦ ING, ਠੀਕ ਆ। ਜਿਹੜਾ ਨਾਊਨ ਆ ਉਹ ਕਦੇ ਵੀ ING ਨਾਲ ਯੂਜ਼ ਨਹੀਂ ਹੋਊਗਾ, ਓਕੇ, ਅੰਡਰਸਟੈਂਡ। ਅਤੇ ਉਸ ਤੋਂ ਬਾਅਦ ਅੱਗੇ ਗੱਲ ਕਰਦੇ ਹਾਂ ਸਿਕ ਆਫ, ਮਤਲਬ ਕਿਸ ਚੀਜ਼ ਤੋਂ ਬਹੁਤ ਜ਼ਿਆਦਾ ਅੱਕ ਜਾਣਾ। ਆਪਾਂ ਕਹਿੰਦੇ ਹੁੰਦੇ ਮੈਂ ਤਾਂ ਕੰਮ ਕਰਦੀ ਅੱਕ ਗਈ, ਮੈਂ ਨਹੀਂ ਕਰ ਸਕਦੀ, ਹੈ ਨਾ, ਲਾਈਕ ਦੈਟ, ਵੀ ਅੱਕ ਜਾਣਾ, ਹੁਣ ਨਹੀਂ ਮੈਂ ਕਰ ਸਕਦੀ। ਲਾਈਕ ਕੋਈ ਖੇਡਣ ਤੋਂ ਅੱਕ ਜਾਂਦਾ, ਕਿਸ ਚੀਜ਼ ਤੋਂ ਅੱਕ ਜਾਂਦਾ, ਲਾਈਕ ਦੈਟ। ਆਪਾਂ ਹੁਣ ਇਹਦੀ ਐਗਜ਼ਾਮਪਲ ਲੈ ਕੇ ਚੱਲਦੇ ਆਂਗੇ। ਇਹਦੀ ਐਗਜ਼ਾਮਪਲ ਹੈਗੀ ਆ, ਆਈ ਐਮ ਸਿਕ ਆਫ ਪਲੇ, ਸੌਰੀ, ਠੀਕ ਆ। ਆਪਾਂ ਕਹਾਂਗੇ ਆਈ ਐਮ ਸਿਕ ਆਫ ਪਲੇਇੰਗ, ਆਪਾਂ ਕਹਾਂਗੇ ਆਈ ਐਮ ਸਿਕ ਆਫ ਪਲੇਇੰਗ, ਮੈਂ ਖੇਡਣ ਤੋਂ ਅੱਕ ਚੁੱਕੀ ਹਾਂ। ਜੇ ਆਪਾਂ ਨੈਗੇਟਿਵ ਦੀ ਗੱਲ ਕਰੀਏ, ਨੈਗੇਟਿਵ ਕਿੱਥੇ ਆ ਜਾਣਾ, ਨੈਗੇਟਿਵ ਆਈ ਐਮ ਨਾਟ ਸਿਕ ਆਫ ਪਲੇਇੰਗ, ਹੈ ਨਾ। ਅਤੇ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਇੰਟੈਰੋਗੇਟਿਵ ਦੀ, ਇੰਟੈਰੋਗੇਟਿਵ ਦੇ ਵਿੱਚ ਐਮ ਆਈ ਸਿਕ ਆਫ ਪਲੇਇੰਗ, ਹੈ ਨਾ। ਮਤਲਬ ਇਹ 'ਤੇ ਕੁਐਸਚਨ ਪੁੱਟ ਕਰਤਾ ਮੈਂ, ਕੀ ਮੈਂ ਖੇਡਣ ਤੋਂ ਅੱਕ ਚੁੱਕੀ ਹਾਂ, ਵੀ ਇੱਦਾਂ, ਹੈ ਨਾ। ਅਤੇ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਯੂਜ਼ ਟੂ, ਮਤਲਬ ਵੀ ਇਹ ਪਾਸਟ ਐਕਸਪੀਰੀਅੰਸ ਦੱਸਦਾ ਆਪਣਾ, ਠੀਕ ਆ। ਐਕਸਪਲੇਨ ਕਰਦਾ ਆਪਣੇ ਪਾਸਟ ਐਕਸਪੀਰੀਅੰਸ ਨੂੰ, ਵੀ ਜਿਹੜਾ ਤੁਸੀਂ ਕੰਮ ਕਰ ਚੁੱਕੇ ਹੋ ਅਤੇ ਦੁਬਾਰਾ ਕਦੇ ਵੀ ਨਹੀਂ ਹੋਣਾ ਹੈਗਾ। ਹੁਣ ਜੇ ਤੁਸੀਂ ਇੱਕ ਵਾਰ ਸਕੂਲ 'ਚੋਂ ਪੜ੍ਹ ਚੁੱਕੇ ਹੋ ਤਾਂ ਤੁਸੀਂ ਦੁਬਾਰਾ ਉਸ ਸਕੂਲ 'ਚ ਨਹੀਂ ਪੜ੍ਹੋਗੇ। ਲਾਈਕ ਵੀ ਹੁਣ ਮੰਨ ਲਓ ਮੈਂ ਆਪਣੀ ਸਟੱਡੀ ਕੀਤੀ ਹੈਗੀ GHS ਸਕੂਲ ਦੇ ਵਿੱਚੋਂ, ਤਾਂ ਮੈਂ ਦੁਬਾਰਾ ਉੱਥੇ ਆਈ ਯੂਜ਼ ਟੂ ਸਟੱਡੀ ਇਨ GHS, ਮਤਲਬ ਵੀ ਮੈਂ ਉੱਥੇ ਪੜ੍ਹ ਚੁੱਕੀ ਹਾਂ, ਮਤਲਬ ਵੀ ਉਹ ਕੰਮ ਦੁਬਾਰਾ ਨਹੀਂ ਹੋਊਗਾ ਤੁਹਾਡੀ ਲਾਈਫ ਦੇ ਵਿੱਚ। ਜਿੱਦਾਂ ਹੁਣ ਤੁਸੀਂ ਚਿਲਡਰਨ ਸੀਗੇ, ਤੁਸੀਂ ਛੋਟੇ ਬੱਚੇ ਸੀਗੇ, ਤੁਸੀਂ ਉਹ ਦੁਬਾਰਾ ਛੋਟੇ ਬੱਚੇ ਨਹੀਂ ਬਣ ਸਕਦੇ। ਜਿੱਥੇ ਉਹ ਚੀਜ਼ ਪਰਟੀਕੂਲਰ ਚੀਜ਼ ਹੋ ਜਾਵੇ ਵੀ ਹਾਂ ਵੀ ਇੱਕ ਵਾਰ ਚੀਜ਼ ਹੋ ਗਈ, ਉਹ ਦੁਬਾਰਾ ਕਦੇ ਵੀ ਨਹੀਂ ਹੋਣੀ, ਇਹ ਪੱਕਾ ਕਨਫਰਮ ਆ ਤੁਹਾਨੂੰ। ਉਹਦੇ ਵਾਸਤੇ ਆਪਾਂ ਕਰਦੇ ਹਾਂ ਯੂਜ਼ ਟੂ, ਉਹਦੇ ਵਾਸਤੇ ਕੀ ਯੂਜ਼ ਕਰਦੇ ਹਾਂ, ਯੂਜ਼ ਟੂ, ਠੀਕ ਆ। ਅੱਗੇ ਲਾਈਕ ਹੁਣ ਐਗਜ਼ਾਮਪਲ ਵੀ ਦੇ ਹੀ ਦਿੰਦੀ ਹਾਂ ਮੈਂ, ਵੈਸੇ ਤਾਂ ਹੁਣ ਦੇ ਦਿੱਤੀ ਸੀ। I used to study in GHS, ਜਾਂ I used to study in 12th, ਠੀਕ ਆ। ਮਤਲਬ ਵੀ ਮੈਂ ਇੱਕ ਵਾਰ +2 ਕਰ ਚੁੱਕੀ ਹਾਂ ਤਾਂ ਮੈਂ ਦੁਬਾਰਾ +2 ਨਹੀਂ ਕਰੂੰਗੀ, ਅਤੇ ਜੇ ਮੈਂ ਇੱਕ ਵਾਰ GHS ਪੜ੍ਹ ਚੁੱਕੀ ਹਾਂ ਦੁਬਾਰਾ GHS 'ਚ ਨਹੀਂ ਪੜ੍ਹੂੰਗੀ। ਅਤੇ ਅੱਗੇ ਆਪਾਂ ਗੱਲ ਕੀਤੀ ਸੀ ਲਵ ਅਤੇ ਲਾਈਕ ਦੇ ਵਿੱਚ, ਲਵ ਯੂਜ਼ ਹੁੰਦਾ ਉਹ ਤੁਹਾਨੂੰ ਦੱਸ ਦਿੱਤਾ ਮੈਂ, ਓਨਲੀ ਇੱਕ ਚੀਜ਼ ਵਾਸਤੇ, ਠੀਕ ਆ। ਆਪਾਂ ਅਤੇ ਉਸ ਤੋਂ ਬਾਅਦ ਜਿਹੜਾ ਲਾਈਕ ਹੁੰਦਾ ਉਹ ਯੂਜ਼ ਹੁੰਦਾ ਮੈਨੀ, ਮਤਲਬ ਬਹੁਤ ਸਾਰੀਆਂ ਚੀਜ਼ਾਂ ਵਾਸਤੇ, ਠੀਕ ਆ। ਅਤੇ ਐਗਜ਼ਾਮਪਲ ਆਪਾਂ ਦੇ ਦਿੰਦੇ ਹਾਂ, ਅਤੇ ਆਈ ਲਵ ਰੇਨ, ਠੀਕ ਆ। ਮੈਨੂੰ ਰੇਨ ਪਸੰਦ ਆ, ਮੈਨੂੰ ਬਹੁਤ ਜ਼ਿਆਦਾ ਪਸੰਦ ਆ, ਇੱਦਾਂ ਕੋਈ ਕਹਿ ਦਿੰਦਾ ਹੈ ਨਾ। ਅਤੇ ਆਈ ਲਾਈਕ ਰੇਨ, ਠੀਕ ਆ।
ਜਾਂ ਫਿਰ ਹੋਣਗੇ ਆਈ ਲਵ ਮਾਈ ਫਾਦਰ। ਤੁਸੀਂ ਐਂ ਥੋੜ੍ਹੀ ਕਹੋਗੇ ਆਈ ਲਾਈਕ ਮਾਈ ਫਾਦਰ, ਤੁਸੀਂ ਕਹੋਗੇ ਆਈ ਲਵ ਮਾਈ ਫਾਦਰ। ਇੱਦਾਂ ਹੀ ਕਿਹਾ ਜਾਂਦਾ ਜਿਹੜੇ ਚੀਜ਼ ਨੂੰ ਆਪਾਂ ਜ਼ਿਆਦਾ ਪਸੰਦ ਕਰਦੇ ਹਾਂ, ਆਈ ਲਵ ਦਿਸ ਥਿੰਗ, ਆਈ ਲਵ ਦਿਸ ਥਿੰਗ, ਠੀਕ ਆ। ਅਤੇ ਇਹ ਹੋ ਗਿਆ ਆਪਣੇ ਵਰਡਸ, ਲਾਈਕ ਜਿਵੇਂ ਹੁਣ ਆਪਾਂ ਪਹਿਲਾਂ ਗੱਲ ਕੀਤੀ ਸੀਗੀ ਜਿਹੜੇ ਹੈ ਨਾ ਕੈਨ, ਕੁੱਡ, ਸ਼ੁੱਡ, ਮੇ, ਮਾਈਟ, ਮਸਟ, ਅਤੇ ਇੱਕ ਵਾਰ ਉਹਦਾ ਓਵਰਵਿਊ ਦੇ ਦਿੰਦੀ ਹਾਂ ਮੈਂ। ਠੀਕ ਆ, ਜਿੱਦਾਂ ਆਈ ਕੈਨ ਗੋ, ਯੂਜ਼ ਨੈਗੇਟਿਵ ਅਤੇ ਇੰਟੈਰੋਗੇਟਿਵ ਤੁਹਾਨੂੰ ਕਰਨਾ ਆ ਗਿਆ। ਜੇ ਨੈਗੇਟਿਵ ਕਰਨਾ ਆਈ ਕੈਨ ਨਾਟ ਗੋ, ਠੀਕ ਆ। ਜੇ ਇੰਟੈਰੋਗੇਟਿਵ ਕੈਨ ਆਈ ਗੋ, ਠੀਕ ਆ। ਉਹ ਤੋਂ ਬਾਅਦ ਕੁੱਡ, ਆਈ ਕੁੱਡ ਗੋ, ਠੀਕ ਆ। ਜੇ ਸ਼ੁੱਡ ਯੂਜ਼ ਕਰਨਾ ਆਈ ਸ਼ੁੱਡ ਗੋ, ਠੀਕ ਆ। ਮੇ ਕਰਨਾ ਆਈ ਮੇ ਗੋ, ਮਸਟ ਆਈ ਮਸਟ ਗੋ, ਠੀਕ ਹੈ। ਅਤੇ ਆਈ ਮਾਈਟ ਗੋ, ਮਾਈਟ, ਠੀਕ ਆ। ਉੱਪਰ ਆਪਾਂ ਬਾਕੀ ਸਾਰੀ ਗੱਲ ਕਰ ਹੀ ਦਿੱਤੀ ਆ। ਅਤੇ ਇੱਕ ਚੀਜ਼ ਹੋਰ, ਜਦੋਂ ਆਪਾਂ ਹੈ ਨਾ ਇੰਗਲਿਸ਼ ਸਿੱਖ ਦਿਆਂਗੇ ਤਾਂ ਇੰਗਲਿਸ਼ ਸਿੱਖਣ ਇੱਕ ਤੁਹਾਨੂੰ ਛੋਟੀ ਜਿਹੀ ਟ੍ਰਿਕ ਦੱਸਣ ਲੱਗੀ ਹਾਂ। ਲਾਈਕ ਜਿਵੇਂ ਹੁਣ ਆਪਾਂ ਕਰਦੇ ਆਂਗੇ ਵੀ ਆਈ ਵਾਂਟ ਟੂ ਸਪੀਕ, ਜਿਵੇਂ ਤੁਹਾਨੂੰ ਪਹਿਲਾਂ ਦੱਸ ਕੇ ਹਟੀ ਹਾਂ ਨਾ ਵੀ ਆਪਾਂ ਇਹ ਵਰਡ ਆਪਾਂ ਕਿੱਦਾਂ ਯੂਜ਼ ਕਰ ਸਕਦੇ ਹਾਂ ਵੀ ਆਪਾਂ ਇੰਗਲਿਸ਼ ਨੂੰ ਸੌਖਾ ਕਿਵੇਂ ਬਣਾਉਣਾ। ਜਿਵੇਂ ਹੁਣ ਲਿਖਿਆ ਮੈਂ ਅੰਗਰੇਜ਼ੀ ਬੋਲਣਾ ਚਾਹੁੰਦੀ ਹਾਂ, ਠੀਕ ਆ। ਮੈਂ ਅੰਗਰੇਜ਼ੀ ਬੋਲਣਾ ਚਾਹੁੰਦੀ ਹਾਂ, ਅਤੇ ਆਪਾਂ ਕੀ ਕਹਾਂਗੇ, ਜਿੱਦਾਂ ਹੁਣ ਮੈਂ ਅੰਗਰੇਜ਼ੀ ਬੋਲਣਾ ਚਾਹੁੰਦੀ ਹਾਂ, ਠੀਕ ਆ। ਅਤੇ ਆਪਾਂ ਕੀ ਕਹਾਂਗੇ, ਆਪਾਂ ਇੱਥੇ ਮਤਲਬ ਸਿੰਪਲ ਦਾ ਯੂਜ਼ ਕਰਦੇ ਹਾਂ ਆਈ ਵਾਂਟ ਟੂ ਸਪੀਕ ਇੰਗਲਿਸ਼, ਠੀਕ ਆ। ਹੁਣ ਤੁਸੀਂ ਐਂ ਦੇਖੋ ਇੱਥੇ ਲਿਖਿਆ ਮੈਂ ਦੇ ਨੀਚੇ ਐਰੋ ਪਾਓ, ਠੀਕ ਆ। ਅੰਗਰੇਜ਼ੀ ਬੋਲਣਾ ਚਾਹੁੰਦੀ ਹਾਂ, ਠੀਕ ਆ। ਅੰਗਰੇਜ਼ੀ ਦਾ ਮਤਲਬ ਕੀ ਹੁੰਦਾ ਇੰਗਲਿਸ਼, ਉਹਦੇ ਨੀਚੇ ਇੰਗਲਿਸ਼ ਪਾਓ। ਜਿੱਦਾਂ ਹੁਣ ਆਪਾਂ ਪਾ ਕੇ ਦਿਖਾਉਂਦੀ ਹਾਂ ਮੈਂ ਤੁਹਾਨੂੰ। ਹੁਣ ਮੈਂ ਦਾ ਮਤਲਬ ਕੀ ਹੁੰਦਾ ਆਈ, ਇੰਗਲਿਸ਼ ਕੀ ਹੁੰਦਾ ਅੰਗਰੇਜ਼ੀ ਦਾ ਮਤਲਬ ਕੀ ਹੁੰਦਾ ਇੰਗਲਿਸ਼, ਠੀਕ ਆ। ਬੋਲਣਾ ਚਾਹੁੰਦੀ ਹਾਂ, ਜਿੱਥੇ ਆਪਾਂ ਕਹਿੰਦੇ ਜ਼ਰੂਰਤ ਆ ਮੈਨੂੰ ਬੋਲਣ ਦੀ, ਹੈ ਨਾ, ਵਾਂਟ ਟੂ, ਬੋਲਣਾ ਮਤਲਬ ਹੁੰਦਾ ਸਪੀਕ, ਠੀਕ ਆ। ਚਾਹੁੰਦੀ ਹਾਂ ਵਾਂਟ ਟੂ। ਹੁਣ ਕੀ ਕਰੋ, ਜਿਹੜੀ ਚੀਜ਼ ਪਿੱਛੇ ਆ ਉਹਨੂੰ ਅੱਗੇ ਲੈ ਜਾਓ, ਮਤਲਬ ਇੱਥੇ ਲਿਖਿਆ ਹੋਇਆ ਵਾਂਟ ਟੂ ਪਿੱਛੇ ਲਿਖਿਆ ਹੋਇਆ ਇਹਨੂੰ ਅੱਗੇ ਲੈ ਜਾਓ। ਜਿੱਦਾਂ ਆਈ ਵਾਂਟ ਟੂ ਪਿੱਛੇ ਆ ਵਾਂਟ ਟੂ ਸਪੀਕ ਇੰਗਲਿਸ਼। ਇੱਦਾਂ ਤੁਸੀਂ ਸੈਂਟੈਂਸ ਈਜ਼ੀਲੀ ਬਣਾ ਸਕਦੇ ਹੋ। ਥੱਲੇ ਮਤਲਬ ਥੋੜ੍ਹੇ ਜਿਹੇ ਸੈਂਟੈਂਸ ਦਿੱਤੇ ਹੋਏ ਨੇਗੇ। ਤੁਸੀਂ ਕੈਨੇਡਾ ਜਾਣਾ ਚਾਹੁੰਦੇ ਹੋ, ਉਹ ਕਾਰ ਚਲਾ ਸਕਦਾ ਹੈ, ਤੁਹਾਨੂੰ ਅੰਗਰੇਜ਼ੀ ਸਿੱਖਣ ਦੀ ਜ਼ਰੂਰਤ ਹੈ, ਠੀਕ ਹੈ। ਇਹ ਤੁਹਾਡੀ ਪ੍ਰੈਕਟਿਸ ਵਾਸਤੇ ਨੇ। ਪਲੀਜ਼ ਜਦੋਂ ਇਹਨਾਂ ਨੂੰ ਕਰੋਗੇ ਤਾਂ ਮੈਨੂੰ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੱਸਿਓ ਵੀ ਤੁਸੀਂ ਕਿੱਦਾਂ ਬਣਾਏ ਨੇ, ਤਾਂ ਦੱਸਾਂਗੀ ਤੁਹਾਡੀ ਕਿੱਥੇ ਗਲਤੀ ਹੋਈ ਅਤੇ ਕਿੱਥੇ ਤੁਸੀਂ ਉਹ ਕੀਤਾ। ਅਤੇ ਇੱਕ ਵਾਰ ਪਲੀਜ਼ ਰਿਕੁਐਸਟ ਹੀ ਆ, ਪਲੀਜ਼ ਜੇ ਤੁਹਾਨੂੰ ਇੱਦਾਂ ਦੀ ਵੀ ਮੇਰੀ ਵੀਡੀਓ ਲੱਗੀ, ਪਲੀਜ਼ ਇੱਕ ਵਾਰ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੱਸਿਓ। ਥੈਂਕ ਯੂ ਸੋ ਮਚ।